Hello dear students, I am Avtar Singh and today we will start second lecture of our first chapter that is sets. ਸੋ ਆਪਾਂ ਲਾਸਟ ਲੈਕਚਰ ਦੇ ਵਿੱਚ ਐਕਸਰਸਾਈਜ਼ 1.1 ਦੇ 2 ਸਮਸ ਟਰਾਈ ਕਰ ਚੁੱਕੇ ਸੀ। ਸੋ ਆਪਾਂ ਅੱਜ ਦੇ ਲੈਕਚਰ ਵਿੱਚ ਥਰਡ ਸਮ ਤੋਂ ਸਟਾਰਟ ਕਰਾਂਗੇ, ਬਟ ਉਸ ਤੋਂ ਪਹਿਲਾਂ ਇੱਕ ਵਾਰ ਤੁਸੀਂ ਫਸਟ ਲੈਕਚਰ ਦਾ ਵੀਡੀਓ ਜ਼ਰੂਰ ਦੇਖ ਲਿਓ। ਓਕੇ, ਸੋ ਹੁਣ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਬੇਸਿਕਸ ਹੋਰ ਕਰ ਲਈਏ ਵੀ ਸੈਟਸ ਨੂੰ ਰਿਪਰੈਜ਼ੈਂਟ ਕਰਨ ਦੇ ਦੋ ਮੈਥਡਸ ਹੁੰਦੇ ਆ। ਇੱਕ ਮੈਥਡ ਹੁੰਦਾ ਆਪਣੇ ਕੋਲੇ ਰੋਸਟਰ ਫਾਰਮ ਜਾਂ ਟੈਬੂਲਰ ਫਾਰਮ ਵੀ ਬੋਲਿਆ ਜਾਂਦਾ, ਐਂਡ ਦੂਸਰਾ ਮੈਥਡ ਆ ਜਿਹੜਾ ਉਸ ਨੂੰ ਬੋਲਿਆ ਜਾਂਦਾ ਸੈਟ ਬਿਲਡਰ ਫਾਰਮ। ਠੀਕ ਹੈ, ਸੈਟਸ ਨੂੰ ਰਿਪਰੈਜ਼ੈਂਟ ਕਰਨ ਦੇ ਦੋ ਮੈਥਡਸ ਰਹਿਣਗੇ। ਸੋ ਫਸਟ ਮੈਥਡ ਹੈਗਾ ਆਪਣੇ ਕੋਲੇ ਰੋਸਟਰ ਫਾਰਮ ਜਾਂ ਟੈਬੂਲਰ ਫਾਰਮ, ਐਂਡ ਜਿਹੜਾ ਸੈਕਿੰਡ ਮੈਥਡ ਹੈ ਇਹ ਹੈਗਾ ਆਪਣੇ ਕੋਲੇ ਸੈਟ ਬਿਲਡਰ ਫਾਰਮ। ਠੀਕ ਹੈ, ਓਕੇ, ਸੋ ਆਪਾਂ 1 ਬਾਈ 1 ਦੋਨਾਂ ਨੂੰ ਡਿਫਾਈਨ ਕਰਦੇ ਹਾਂ। ਜੇਕਰ ਆਪਾਂ ਰੋਸਟਰ ਫਾਰਮ ਜਾਂ ਟੈਬੂਲਰ ਫਾਰਮ ਦੀ ਗੱਲ ਕਰੀਏ ਤਾਂ ਫਸਟਲੀ ਆਪਾਂ ਇੱਕ ਵਾਰ ਰੀਡ ਕਰ ਲਈਏ। ਹਾਂਜੀ, in roster form all the elements of a set are listed, the elements are being separated by commas। ਹਾਂਜੀ, ਤਾਂ ਜਿਵੇਂ ਤੁਸੀਂ ਇਸ ਐਗਜ਼ਾਮਪਲ ਵਿੱਚ ਵੀ ਦੇਖ ਸਕਦੇ ਹੋ, ਜਿਵੇਂ ਕਿ ਇਸ ਕੋਮਾਸ ਦੁਆਰਾ ਜਿਹੜੇ ਸੈਟਸ ਦੇ ਐਲੀਮੈਂਟਸ ਆ ਉਸ ਨੂੰ ਰਿਪਰੈਜ਼ੈਂਟ ਕੀਤਾ ਗਿਆ ਐਂਡ ਆਰ ਐਨਕਲੋਜ਼ਡ ਵਿਦਿਨ ਬ੍ਰੇਸਿਸ। ਹਾਂਜੀ, ਤਾਂ ਜਦੋਂ ਵੀ ਆਪਾਂ ਸੈਟ ਦੀ ਰਿਪਰੈਜ਼ੈਂਟੇਸ਼ਨ ਦੇਣੀ ਆ ਤਾਂ ਆਪਾਂ ਆਲਵੇਜ਼ ਇਹ ਵਾਲੀਆਂ ਕਰਲੀ ਬ੍ਰੈਕਟਸ ਹੀ ਯੂਜ਼ ਕਰਨੀਆਂ, ਕਿਸੇ ਨੇ ਵੀ ਇਹ ਬ੍ਰੈਕਟ ਯੂਜ਼ ਨਹੀਂ ਕਰਨੀ ਜਾਂ ਇਹ ਵਾਲੀ ਕਿਸੇ ਨੇ ਵੀ ਯੂਜ਼ ਨਹੀਂ ਕਰਨੀ। ਠੀਕ ਹੈ, ਸੋ ਆਲਵੇਜ਼ ਆਪਾਂ ਕਰਲੀ ਬ੍ਰੈਕਟ ਯੂਜ਼ ਕਰਨੀ ਆ। ਜਿਵੇਂ ਕਿ ਤੁਸੀਂ ਐਗਜ਼ਾਮਪਲ ਦੇ ਵਿੱਚ ਦੇਖ ਸਕਦੇ ਹੋ, ਆਪਾਂ ਇਸ ਐਗਜ਼ਾਮਪਲ ਦੇ ਵਿੱਚ ਵੀ 1, 2, 3, ਸੋ ਇਸ ਨੂੰ ਇਨਕਲੋਜ਼ ਕਿਸ ਨਾਲ ਕੀਤਾ ਗਿਆ, ਕਰਲੀ ਬ੍ਰੈਕਟਸ ਨਾਲ। ਠੀਕ ਹੈ, ਸੋ ਆਪਾਂ ਇੱਕ ਐਗਜ਼ਾਮਪਲ ਕਰਦੇ ਹਾਂ। ਫੋਰ ਐਗਜ਼ਾਮਪਲ ਦ ਸੈਟ ਆਫ ਆਲ ਈਵਨ ਪੋਜ਼ਿਟਿਵ ਇੰਟੀਜਰਸ ਲੈਸ ਦੈਨ 7। ਹਾਂਜੀ, ਤਾਂ ਸਾਰੇ ਪੋਜ਼ਿਟਿਵ ਇੰਟੀਜਰ ਈਵਨ ਹੋਣ ਜਿਹੜੇ 7 ਤੋਂ ਲੈਸ ਕਿਹੜੇ ਕਿਹੜੇ ਹੋਣਗੇ, 2 ਹੋਏਗਾ, 4 ਹੋਏਗਾ ਐਂਡ 6 ਹੋਏਗਾ। ਸੋ ਇਹਨਾਂ ਨੂੰ ਆਪਾਂ ਕੋਮਾਸ ਨਾਲ ਤਾਂ ਸੈਪਰੇਟ ਕੀਤਾ ਐਲੀਮੈਂਟਸ ਨੂੰ, ਐਂਡ ਇਸ ਨੂੰ ਇਨਕਲੋਜ਼ ਕਿਸ ਨਾਲ ਕੀਤਾ, ਕਰਲੀ ਬ੍ਰੈਕਟਸ ਨਾਲ। ਕਲੀਅਰ, ਸੋ ਆਪਾਂ ਇੱਕ ਐਗਜ਼ਾਮਪਲ ਹੋਰ ਲੈ ਕੇ ਚੱਲਦੇ ਹਾਂ। ਦ ਸੈਟ ਆਫ ਆਲ ਨੈਚੁਰਲ ਨੰਬਰਸ ਵਿਚ ਡਿਵਾਈਡ 42। ਹਾਂਜੀ, ਤਾਂ 42 ਨੂੰ ਕਿਹੜੇ ਕਿਹੜੇ ਡਿਵਾਈਡ ਕਰਨਗੇ, 1 ਵੀ ਕਰੇਗਾ, 2 ਕਰੇਗਾ, 3, 6, 7, 14, 21 ਐਂਡ 42 ਇਟਸੈਲਫ। ਸੋ ਜਿਹੜੇ ਐਲੀਮੈਂਟਸ ਆ ਸੈਟ ਦੇ ਉਹਨਾਂ ਨੂੰ ਆਪਾਂ ਕੋਮਾਸ ਨਾਲ ਸੈਪਰੇਟ ਕੀਤਾ ਐਂਡ ਇਨਕਲੋਜ਼ ਕਿਹੜੀਆਂ ਬ੍ਰੈਕਟਸ ਨਾਲ ਕੀਤਾ, ਕਰਲੀ ਬ੍ਰੈਕਟਸ ਨਾਲ। ਕਲੀਅਰ, ਐਂਡ ਜੇਕਰ ਆਪਾਂ ਹੋਰ ਐਗਜ਼ਾਮਪਲ ਲੈਣੀ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਦ ਸੈਟ ਆਫ ਆਲ ਵਾਵਲਸ ਇਨ ਇੰਗਲਿਸ਼ ਅਲਫਾਬੈਟ। ਹਾਂਜੀ, ਤਾਂ ਵਾਵਲਸ ਕਿਹੜੇ ਕਿਹੜੇ ਹੁੰਦੇ ਆ, A, E, I, O ਐਂਡ U। ਸੋ ਇਸ ਨੂੰ ਵੀ ਆਪਾਂ ਕਰਲੀ ਬ੍ਰੈਕਟਸ ਨਾਲ ਇਨਕਲੋਜ਼ ਕੀਤਾ ਐਂਡ ਜਿਹੜੇ ਐਲੀਮੈਂਟਸ ਆ ਉਹਨਾਂ ਨੂੰ ਕੋਮਾਸ ਦੇ ਨਾਲ ਸੈਪਰੇਟ ਕੀਤਾ। ਹੋਰ ਐਗਜ਼ਾਮਪਲ ਆਪਾਂ ਨੂੰ ਦਿੱਤੀ ਹੋਈ ਹੈ ਦ ਸੈਟ ਆਫ ਔਡ ਨੈਚੁਰਲ ਨੰਬਰਸ ਇਜ਼ ਰਿਪਰੈਜ਼ੈਂਟਡ ਬਾਈ 1, 3, 5, ਸੋ ਅਪ ਟੂ ਸੋ ਔਨ। ਹਾਂਜੀ, ਤਾਂ ਹੁਣ ਦੇਖੋ ਇਸ ਦੇ ਐਲੀਮੈਂਟਸ ਆਪਾਂ ਨੂੰ ਇਹ ਨਹੀਂ ਪਤਾ ਵੀ ਕਿੰਨੇ ਆ, ਸੋ ਆਪਾਂ ਅੱਗੇ ਉਸ ਨੂੰ ਡਾਟਸ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ। ਠੀਕ ਹੈ, ਦ ਡਾਟਸ ਟੈਲ ਅਸ ਦ ਲਿਸਟ ਆਫ ਔਡ ਨੰਬਰਸ ਕੰਟੀਨਿਊ ਇਨਡੈਫੀਨਿਟਲੀ। ਕਲੀਅਰ, ਐਂਡ ਜੇਕਰ ਆਪਾਂ ਸੈਟ ਬਿਲਡਰ ਫਾਰਮ ਦੀ ਗੱਲ ਕਰੀਏ ਤਾਂ ਮੋਸਟ ਇੰਪੋਰਟੈਂਟ ਫਾਰਮ ਰਹੇਗੀ, ਇਸ ਬੇਸ 'ਤੇ ਕੁਐਸਚਨ ਵੀ ਜ਼ਰੂਰ ਆਉਂਦਾ। ਸੋ ਆਪਾਂ ਇੱਕ ਵਾਰ ਰੀਡ ਕਰਦੇ ਹਾਂ। ਇਨ ਸੈਟ ਬਿਲਡਰ ਫਾਰਮ ਆਲ ਦ ਐਲੀਮੈਂਟਸ ਆਫ ਅ ਸੈਟ possesses a single common property। ਹਾਂਜੀ, ਤਾਂ ਮੈਂ ਇਸ ਨੂੰ ਫੇਰ ਰਿਪੀਟ ਕਰਦਾ, all the elements of a set possesses a single common property। ਸੋ ਇਹ ਚੀਜ਼ ਇੰਪੋਰਟੈਂਟ ਰਹੇਗੀ, single common property which is not possessed by any element outside the set। means to say ਵੀ ਜਿਹੜੇ ਵੀ ਐਲੀਮੈਂਟਸ ਹੋਣਗੇ ਗਿਵਨ ਸੈਟ ਦੇ ਉਹਨਾਂ ਦੀ ਕੋਈ ਨਾ ਕੋਈ ਕਾਮਨ ਪ੍ਰੋਪਰਟੀ ਹੋਏਗੀ, ਉਹ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਕਾਮਨ ਪ੍ਰੋਪਰਟੀ ਨੂੰ ਬਿਲੋਂਗ ਕਰਦੇ ਹੋਣਗੇ। ਜਿਵੇਂ ਕਿ ਆਪਾਂ ਐਗਜ਼ਾਮਪਲ ਲੈ ਕੇ ਚੱਲੇ ਹਾਂ, ਸਪੋਜ਼ ਕਰ ਲਓ ਆਪਾਂ ਨੂੰ ਐਗਜ਼ਾਮਪਲ ਰੋਸਟਰ ਫਾਰਮ 'ਚ ਦਿੱਤੀ ਹੋਈ ਹੈ A, E, I, O, U। ਸੋ ਆਪਾਂ ਨੂੰ ਪਤਾ ਇਹ ਸਾਰੇ ਦੇ ਸਾਰੇ ਵਾਵਲਸ ਆ। ਠੀਕ ਹੈ, ਆਪਾਂ ਇਸ ਰੋਸਟਰ ਫਾਰਮ ਨੂੰ ਕਨਵਰਟ ਕਰਨਾ ਸੈਟ ਬਿਲਡਰ ਫਾਰਮ ਵਿੱਚ। ਸੋ ਆਪਾਂ ਇਸ ਨੂੰ ਕਿੱਦਾਂ ਲਿਖ ਸਕਦੇ ਹਾਂ, ਸੋ ਆਪਾਂ ਕਿਹਾ ਇੱਕ V ਸੈਟ ਹੈ ਵਾਵਲਸ ਦਾ। ਸੋ ਇਸ ਦੇ ਵਿੱਚ ਆਪਾਂ X ਐਲੀਮੈਂਟ ਲੈ ਕੇ ਚੱਲੇ ਹਾਂ। ਜਿਹੜਾ X ਐਲੀਮੈਂਟ ਹੈ, X ਇਜ਼ ਵਾਵਲ ਇਨ ਇੰਗਲਿਸ਼ ਅਲਫਾਬੈਟ। ਸੋ ਇਹ ਜਿਹੜੀ ਰਿਪਰੈਜ਼ੈਂਟੇਸ਼ਨ ਹੋਗੀ, ਇਹ ਰਿਪਰੈਜ਼ੈਂਟੇਸ਼ਨ ਕਿਹੜੀ ਫਾਰਮ ਵਿੱਚ ਹੋਗੀ, ਸੈਟ ਬਿਲਡਰ ਫਾਰਮ ਵਿੱਚ। ਸੋ ਹੋਪਫੁਲੀ ਤੁਹਾਨੂੰ ਸੈਟ ਬਿਲਡਰ ਫਾਰਮ ਦਾ ਮੀਨਿੰਗ ਕਲੀਅਰ ਹੋ ਗਿਆ ਹੋਣਾ ਵੀ ਜਦੋਂ ਵੀ ਆਪਾਂ ਇਸ ਤਰ੍ਹਾਂ ਦੀ ਰੋਸਟਡ ਫਾਰਮ ਨੂੰ ਕਨਵਰਟ ਕਰਾਂਗੇ ਇਸ ਤਰੀਕੇ ਕਿਸੇ ਇੰਗਲਿਸ਼ ਦੀ ਲਾਈਨ ਫਾਰਮ ਵਿੱਚ ਤਾਂ ਇਸ ਨੂੰ ਬੋਲਿਆ ਜਾਂਦਾ ਸੈਟ ਬਿਲਡਰ ਫਾਰਮ। ਠੀਕ ਹੈ, ਇਸ ਨੂੰ ਵੀ ਬਿਲਕੁਲ ਸੇਮ ਆਪਾਂ ਕਰਲੀ ਬ੍ਰੈਕਟਸ ਦੇ ਨਾਲ ਹੀ ਇਨਕਲੋਜ਼ ਕਰਾਂਗੇ। ਜਿਵੇਂ ਇੱਥੇ ਦੇਖੋ ਕਰਲੀ ਬ੍ਰੈਕਟਸ ਦੇ ਨਾਲ ਇਨਕਲੋਜ਼ ਕੀਤਾ ਤਾਂ ਬਿਲਕੁਲ ਸੇਮ ਇਸੇ ਤਰੀਕੇ ਹੀ ਲਿਖਾਂਗੇ ਜੀ ਆਪਾਂ। ਸੋ ਇੱਥੇ ਤੁਸੀਂ ਕੋਈ ਵੀ ਲੈਟਰ ਲੈ ਸਕਦੇ ਹੋ ਇੰਗਲਿਸ਼ ਦਾ, ਜਿਵੇਂ ਮੈਂ ਇੱਥੇ X ਲਿਖਿਆ ਹੋਇਆ, ਤੁਸੀਂ Y, Z ਸਮਥਿੰਗ ਜੋ ਵੀ ਲੈਣਾ ਚਾਹੋ, ਬਟ ਲਿਖਣਾ ਬਿਲਕੁਲ ਇਸੇ ਫਾਰਮ 'ਚ ਹੈ। X ਉਸ ਤੋਂ ਬਾਅਦ ਇਹ ਵਾਲੇ ਕਾਲਮ ਜ਼ਰੂਰੀ ਰਹਿਣਗੇ ਜੀ।
ਇਸ ਕਾਲਮ ਤੋਂ ਬਾਅਦ x is vowel in English alphabet। ਤੁਸੀਂ ਇੱਥੇ y ਵੀ ਲੈਣਾ ਚਾਹੋ y ਲੈ ਸਕਦੇ ਹੋ, ਬਟ ਇਹ ਕਾਲਮ ਜ਼ਰੂਰ ਲਗਾਉਣੇ ਆ। ਐਂਡ ਉਸ ਤੋਂ ਬਾਅਦ y is vowel in English alphabet। ਸੋ ਬਿਲਕੁਲ ਸੇਮ ਫਾਰਮ 'ਚ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਨੀ ਹੈ। ਨੈਕਸਟ ਆਪਾਂ ਕਾਫੀ ਐਗਜ਼ਾਮਪਲਸ ਕਰਾਂਗੇ। ਸੋ ਆਪਾਂ ਸਟਾਰਟ ਕਰਦੇ ਹਾਂ। ਸੋ ਆਪਾਂ ਨੂੰ ਐਕਸਰਸਾਈਜ਼ 1.1 ਦਾ ਥਰਡ ਕੁਐਸਚਨ ਗਿਵਨ ਹੈ। ਹਾਂਜੀ, ਰਾਈਟ ਦਾ ਫੋਲੋਇੰਗ ਸੈਟਸ ਇਨ ਰੋਸਟਰ ਫਾਰਮ। ਹਾਂਜੀ, ਤਾਂ ਤੁਸੀਂ ਦੇਖੋ ਇਹ ਆਪਾਂ ਨੂੰ ਸਾਰੀਆਂ ਸੈਟ ਬਿਲਡਰ ਫਾਰਮਸ ਦਿੱਤੀਆਂ ਹੋਈਆਂ, ਆਪਾਂ ਇਹਨਾਂ ਨੂੰ ਰੋਸਟਰ ਫਾਰਮ ਵਿੱਚ ਕਨਵਰਟ ਕਰਨਾ। ਠੀਕ ਹੈ, ਸੋ ਆਪਾਂ ਫਸਟ ਸਮ ਟਰਾਈ ਕਰਦੇ ਹਾਂ। ਹਾਂਜੀ, ਤਾਂ ਆਪਾਂ ਨੂੰ ਕਿਹਾ ਇੱਕ ਇਹ ਸੈੱਟ ਬਣਾਉਣਾ ਜਿਹਦੇ ਵਿੱਚ ਐਲੀਮੈਂਟ ਹੈਗਾ x ਇਜ਼ ਐਨ ਇੰਟੀਜ਼ਰ ਜਿਹਦੀ ਵੈਲਿਊ ਲਾਈ ਕਰਦੀ ਹੈ -3 ਤੋਂ 7 ਦੇ ਇਨ ਬਿਟਵੀਨ। ਠੀਕ ਹੈ, ਤਾਂ ਆਪਾਂ ਨੂੰ ਪਤਾ ਹੀ ਹੈ ਇੰਟੀਜਰਸ ਨੈਗੇਟਿਵ ਵੀ ਹੁੰਦੇ ਆ ਐਂਡ ਪੋਜ਼ਿਟਿਵ ਵੀ ਹੁੰਦੇ ਆ। ਸੋ ਆਪਾਂ ਇੱਕ ਸੈੱਟ ਬਣਾਉਣੇ ਆ A। ਸੋ ਇਸ ਤੋਂ ਬਾਅਦ ਆਪਾਂ ਇਸ ਨੂੰ ਕਰਲੀ ਬ੍ਰੈਕਟਸ ਨਾਲ ਇਨਕਲੋਜ਼ ਕਰਨਾ ਹੁੰਦਾ। ਸੋ -3 ਤੋਂ ਲੈ ਕੇ 7 ਦੇ ਵਿੱਚ ਲਾਈ ਕਰਨੀ ਚਾਹੀਦੀ ਹੈ। ਸੋ ਫਸਟ ਵੈਲਿਊ ਕਿਹੜੀ ਆਏਗੀ -2, ਉਸ ਤੋਂ ਬਾਅਦ -1, ਉਸ ਤੋਂ ਬਾਅਦ 0, ਫਿਰ 1 2 3 4 5 ਐਂਡ 6। ਠੀਕ ਹੈ, ਸੋ ਸਾਰਿਆਂ ਨੂੰ ਆਪਾਂ ਕੌਮਾਸ ਦੇ ਨਾਲ ਰਿਪਰੈਜ਼ੈਂਟ ਕਰਤਾ ਐਂਡ ਉਸ ਤੋਂ ਬਾਅਦ ਇਨਕਲੋਜ਼ ਕਰਤਾ ਆਪਾਂ ਫਿਰ ਤੋਂ ਕਰਲੀ ਬ੍ਰੈਕਟਸ ਨਾਲ। ਠੀਕ ਹੈ, ਸੋ ਇਹ ਆਪਣੇ ਕੋਲੇ ਇਸ ਦੀ ਰੋਸਟਰ ਫਾਰਮ ਹੋਊਗੀ। ਕਲੀਅਰ। ਐਂਡ ਨੈਕਸਟ ਆਪਾਂ ਨੂੰ ਸੈਕਿੰਡ ਪਾਰਟ ਗਿਵਨ ਆ, ਆਪਾਂ ਇੱਕ B ਸੈੱਟ ਬਣਾਉਣਾ ਜਿਹਦੇ ਵਿੱਚ x ਐਲੀਮੈਂਟਸ ਆ ਐਂਡ ਜਿਹੜਾ x ਆ ਉਹ ਨੈਚੁਰਲ ਨੰਬਰ ਆ ਲੈਸ ਦੈਨ 6। ਹਾਂਜੀ, ਤਾਂ ਨੈਚੁਰਲ ਨੰਬਰ ਆਪਾਂ ਨੂੰ ਪਤਾ ਹੀ ਹੈ ਕਿੱਥੋਂ ਸਟਾਰਟ ਹੁੰਦੇ ਆ 1 ਤੋਂ। ਠੀਕ ਹੈ, ਆਪਾਂ ਲੈ ਕੇ ਚੱਲਣੇ ਆ ਲੈਸ ਦੈਨ 6। ਸੋ ਆਪਣੇ ਕੋਲ ਕਿਹੜੇ ਆ ਜਾਣਗੇ। ਸੋ ਆਪਾਂ B ਸੈੱਟ ਬਣਾਇਆ, ਇਸ ਨੂੰ ਆਪਾਂ ਕਰਲੀ ਬ੍ਰੈਕਟਸ ਨਾਲ ਸਟਾਰਟ ਕੀਤਾ। ਸੋ ਸਟਾਰਟ ਕਰਾਂਗੇ ਨੈਚੁਰਲ ਨੰਬਰਸ ਨੂੰ 1 ਤੋਂ 1 2 3 4 ਐਂਡ 5 ਲੈਸ ਦੈਨ 6 ਲੈ ਕੇ ਚੱਲਣਾ ਸੀ। ਸੋ ਇਸ ਨੂੰ ਆਪਾਂ ਕਰਲੀ ਬ੍ਰੈਕਟਸ ਨਾਲ ਇਨਕਲੋਜ਼ ਕਰਤਾ। ਕਲੀਅਰ। ਸੋ ਇਹ ਆਪਣੀ ਕਿਹੜੀ ਫਾਰਮ ਹੋਗੀ ਰੋਸਟਰ ਫਾਰਮ। ਐਂਡ ਨੈਕਸਟ ਆਪਣੇ ਕੋਲ ਥਰਡ ਪਾਰਟ ਕੀ ਬਣਾ, ਆਪਾਂ ਕੋਈ C ਸੈੱਟ ਬਣਾਉਣਾ ਜਿਸ ਵਿੱਚ x is a 2-digit natural number such that sum of its digits is 8। ਓਕੇ, ਸੋ ਆਪਾਂ ਇੱਕ C ਸੈੱਟ ਬਣਾਉਣਾ ਜਿਸ ਦੀਆਂ ਡਿਜਿਟਸ ਆਪਾਂ ਇਸ ਤਰੀਕੇ ਲੈ ਕੇ ਚੱਲਣੀਆਂ ਵੀ ਦੋਨਾਂ ਦਾ ਸਮ ਕਿੰਨਾ ਬਣੇ 8 ਬਣੇ। ਸੋ ਫਸਟਲੀ ਮੈਂ ਪਹਿਲੀ ਡਿਜਿਟ 1 ਲੈ ਲਈ, ਸੋ ਇਸ ਦੇ ਨਾਲ ਦੂਸਰੀ ਕਿਹੜੀ ਲਵਾਂ ਤਾਂ ਜੋ ਇਸ ਦਾ ਸਮ ਬਣ ਜੇ 8। ਸੋ ਆਪਣਾ ਲੈ ਲਿਆ 7। ਸੋ ਇਹਨਾਂ ਦੋਨਾਂ ਦਾ ਸਮ ਕਿੰਨਾ ਬਣਦਾ 8। ਸੋ ਨੈਕਸਟ ਆਪਾਂ ਲੈ ਲਿਆ 2, ਇਹਨਾਂ ਦਾ ਸਮ 8 ਬਣਾਉਣ ਲਈ ਆਪਾਂ ਕਿਹੜਾ ਲਈਏ ਨਾਲ 6। ਸੋ ਨੈਕਸਟ ਆਪਾਂ 3 ਲੈ ਲਿਆ 3 5 4 4। ਸੋ 4 ਤਾਂ ਇਹ ਬਣ ਗਏ। ਇਸ ਤੋਂ ਬਾਅਦ ਹੋਰ ਆਪਾਂ ਕਿਹੜੇ ਲਿਖ ਸਕਦੇ ਹਾਂ 5 3 ਵੀ ਲਿਖ ਸਕਦੇ ਹਾਂ, 6 2 ਵੀ ਲਿਖ ਸਕਦੇ ਹਾਂ, 7 1 ਵੀ ਲਿਖ ਸਕਦੇ ਹਾਂ। ਠੀਕ ਹੈ, ਐਂਡ 8 0 ਵੀ ਲਿਖ ਸਕਦੇ ਹਾਂ। ਸੋ ਇਹ ਸਾਰੇ ਜਿਹੜੇ ਐਲੀਮੈਂਟਸ ਆ ਇਹ ਆਪਣੇ C ਸੈੱਟ ਨੂੰ ਬਿਲੋਂਗ ਕਰਦੇ ਆ। ਠੀਕ ਹੈ, ਸੋ C ਆਪਣੇ ਕੋਲ ਕੋਈ ਇਦਾਂ ਦਾ ਸੈੱਟ ਬਣ ਗਿਆ ਜਿਹਦੇ ਵਿੱਚ 2 ਡਿਜਿਟ ਨੈਚੁਰਲ ਨੰਬਰਸ ਆ ਐਂਡ ਜਿਨ੍ਹਾਂ ਦਾ ਸਮ ਹੈ ਉਹ 8 ਬਣ ਰਿਹਾ, ਜਿਨ੍ਹਾਂ ਦੀਆਂ ਡਿਜਿਟਸ ਦਾ ਸਮ ਕਿੰਨਾ ਬਣ ਰਿਹਾ 8। ਕਲੀਅਰ। ਐਂਡ ਨੈਕਸਟ ਆਪਣੀ ਕੋਲ ਫੋਰਥ ਪਾਰਟ ਆ, ਆਪਾਂ ਕੋਈ D ਸੈੱਟ ਬਣਾਉਣਾ ਸੱਚ ਦੈਟ x ਇਜ਼ ਅ ਪ੍ਰਾਈਮ ਨੰਬਰ ਵਿਚ ਇਜ਼ ਡਿਵਾਈਜ਼ਰ ਆਫ 60। ਹਾਂਜੀ, ਤਾਂ ਆਪਾਂ ਓਨਲੀ ਪ੍ਰਾਈਮ ਲੈ ਕੇ ਚੱਲਣਾ, ਯਾਦ ਰੱਖਿਓ ਜਿਹੜਾ 60 ਨੂੰ ਡਿਵਾਈਡ ਕਰਦਾ ਹੋਵੇ। ਓਕੇ, ਸੋ ਹੁਣ ਆਪਣੇ ਕੋਲ ਪ੍ਰਾਈਮ ਕਿਹੜੇ ਹੁੰਦੇ ਆ। ਵੈਸੇ ਤਾਂ ਬਹੁਤ ਸਾਰੇ ਨੰਬਰਸ ਆ ਜਿਹੜੇ 60 ਨੂੰ ਡਿਵਾਈਡ ਕਰਨਗੇ ਬਟ ਉਹ ਸਾਰੇ ਪ੍ਰਾਈਮ ਨਹੀਂ ਹੋਣਗੇ। ਸੋ ਆਪਾਂ D ਸੈੱਟ ਬਣਾਇਆ ਇੱਕ ਜਿਸ ਦੇ ਵਿੱਚ ਆਪਣੇ ਕੋਲ ਫਸਟ ਨੰਬਰ ਹੈਗਾ 2। ਠੀਕ ਹੈ, ਵੈਸੇ ਤਾਂ 1 ਵੀ ਲਿਖਣਾ ਸੀ ਬਟ 1 ਪ੍ਰਾਈਮ ਨਹੀਂ ਹੈਗਾ, ਆਪਾਂ ਇੱਥੇ ਓਨਲੀ ਪ੍ਰਾਈਮ ਲਿਖਣੇ ਆ। ਸੋ ਨੈਕਸਟ ਆਪਣੇ ਕੋਲ ਕਿਹੜਾ ਆਏਗਾ 3 ਕਰਦਾ ਤਾਂ 4 ਵੀ ਹੈ ਬਟ 4 ਪ੍ਰਾਈਮ ਨਹੀਂ ਹੈਗਾ। ਸੋ ਉਸ ਤੋਂ ਬਾਅਦ ਨੈਕਸਟ ਕਿਹੜਾ ਆਏਗਾ 5 ਆਏਗਾ। ਸੋ ਇਸ ਤਰ੍ਹਾਂ ਜਦੋਂ ਆਪਾਂ ਸਾਰੇ ਚੈੱਕ ਕਰਾਂਗੇ ਇਸ ਤੋਂ ਬਾਅਦ ਕੋਈ ਵੀ ਪ੍ਰਾਈਮ ਨੰਬਰ ਨਹੀਂ ਆਏਗਾ। ਸੋ ਇਸ ਸੈੱਟ ਦੇ ਐਲੀਮੈਂਟਸ ਕਿਹੜੇ ਆਉਣਗੇ 2 3 ਐਂਡ 5 ਜਿਹੜੇ ਆਪਣੇ 60 ਦੇ ਡਿਵਾਈਜ਼ਰ ਹੋਣਗੇ। ਠੀਕ ਹੈ, ਐਂਡ ਨੈਕਸਟ ਆਪਣੇ ਕੋਲ ਫਿਫਥ ਪਾਰਟ ਦਿੱਤਾ ਹੋਇਆ, ਆਪਾਂ ਕੋਈ E ਸੈੱਟ ਬਣਾਉਣਾ ਦ ਸੈੱਟ ਆਫ ਆਲ ਲੈਟਰਸ ਇਨ ਦਾ ਵਰਡ ਟ੍ਰਿਗਨੋਮੈਟਰੀ। ਹਾਂਜੀ, ਤਾਂ ਟ੍ਰਿਗਨੋਮੈਟਰੀ ਜਿਹੜਾ ਵਰਡ ਆ ਇਸ ਦੇ ਸਾਰੇ ਲੈਟਰਸ ਨੂੰ ਯੂਜ਼ ਕਰਕੇ ਆਪਾਂ ਇੱਕ ਸੈੱਟ ਤਿਆਰ ਕਰਨਾ। ਠੀਕ ਹੈ, ਬਟ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਲੀਅਰ ਕਰ ਦੇਵਾਂ ਵੀ ਜਿਹੜੇ ਆਪਣੇ ਕੋਲੇ ਉੱਪਰ ਵਾਲੇ 4 ਪਾਰਟ ਸੀ ਇਹ ਤਾਂ ਸੈੱਟ ਬਿਲਡਰ ਫਾਰਮ ਸੀਗੀਆਂ, ਬਟ ਜਿਹੜਾ 5th ਐਂਡ 6th ਪਾਰਟ ਆ ਇਹ ਆਪਾਂ ਨੂੰ ਸੈੱਟ ਬਿਲਡਰ ਫਾਰਮ ਨਹੀਂ ਦਿੱਤੀ ਹੋਈ। ਠੀਕ ਹੈ, ਓਕੇ, ਸੋ ਆਪਣੇ ਕੋਲੇ 2 ਲਾਈਨਸ ਦਿੱਤੀਆਂ ਹੋਈਆਂ, ਆਪਾਂ ਇਹਨਾਂ ਨੂੰ ਰੋਸਟਰ ਫਾਰਮ ਵਿੱਚ ਕਨਵਰਟ ਕਰਨਾ। ਸੋ ਆਪਾਂ ਫਸਟਲੀ ਇੱਕ ਚੀਜ਼ ਹੋਰ ਕਰ ਲਈਏ ਵੀ ਜਿਹੜੇ ਵੀ ਇਦਾਂ ਦੇ ਸਮਸ ਮਿਲਣਗੇ ਇਹਨਾਂ ਦੇ ਵਿੱਚ ਆਪਾਂ ਨੂੰ ਜੋ ਵੀ ਵਰਡ ਮਿਲਣਗੇ ਜਦੋਂ ਆਪਾਂ ਇਸ ਨੂੰ ਰੋਸਟਰ ਫਾਰਮ ਵਿੱਚ ਕਨਵਰਟ ਕਰਾਂਗੇ ਆਪਾਂ ਇਹਨਾਂ ਦੇ ਲੈਟਰਸ ਨੂੰ ਰਿਪੀਟ ਨਹੀਂ ਕਰਨਾ। ਠੀਕ ਹੈ, ਸੋ ਉਸ ਲਈ ਆਪਾਂ ਇੱਕ ਚੀਜ਼ ਰੀਡ ਕਰਦੇ ਹਾਂ। ਸੋ ਇਟ ਮੇ ਬੀ ਨੋਟਡ ਦੈਟ ਵਾਈਲ ਰਾਈਟਿੰਗ ਦਾ ਸੈਟ ਇਨ ਅ ਰੋਸਟਰ ਫਾਰਮ
ਐਨ ਐਲੀਮੈਂਟ ਇਜ਼ ਨੋਟ ਜਨਰਲੀ ਰਿਪੀਟਡ। ਸੋ ਜਿਹੜੇ ਆਪਣੇ ਐਲੀਮੈਂਟਸ ਹੋਣਗੇ ਉਸ ਨੂੰ ਆਪਾਂ ਰਿਪੀਟ ਨਹੀਂ ਕਰਨਾ। ਜਿਵੇਂ ਕਿ ਆਪਾਂ ਸਕੂਲ ਦੀ ਐਗਜ਼ਾਮਪਲ ਲਈ ਹੋਈ ਹੈ, ਸਕੂਲ ਦੇ ਵਿੱਚ ਵੈਸੇ ਤਾਂ ਡਬਲ ਓ ਆ ਰਿਹਾ, ਬਟ ਆਪਾਂ ਜਦੋਂ ਇਸ ਨੂੰ ਰੋਸਟਰ ਫਾਰਮ ਵਿੱਚ ਸੈੱਟ ਬਣਾਇਆ ਤਾਂ ਆਪਾਂ ਉਸ ਨੂੰ ਕਿੱਦਾਂ ਲਿਖਿਆ, SCHOL। ਸੋ ਆਪਾਂ ਓ ਨੂੰ ਇੱਕ ਹੀ ਯੂਜ਼ ਕੀਤਾ, ਠੀਕ ਹੈ। ਬਟ ਆਰਡਰ ਦਾ ਕੋਈ ਚੱਕਰ ਨਹੀਂ, ਆਪਾਂ ਇਸ ਨੂੰ ਪੁੱਠਾ ਸਿੱਧਾ ਜਿਸ ਤਰੀਕੇ ਵੀ ਲਿਖ ਸਕਦੇ ਹਾਂ, ਬਟ ਐਲੀਮੈਂਟ ਨੂੰ ਆਪਾਂ ਰਿਪੀਟ ਨਹੀਂ ਕਰਨਾ। ਕਲੀਅਰ। ਸੋ ਆਪਾਂ ਈ ਸੈੱਟ ਨੂੰ ਕਿੱਦਾਂ ਲਿਖ ਸਕਦੇ ਹਾਂ, ਈ ਆਪਣੇ ਕੋਲ ਕੋਈ ਸੈੱਟ ਆ, ਇਸ ਨੂੰ ਫਸਟਲੀ ਆਪਾਂ ਕਰਲੀ ਬ੍ਰੈਕਟ ਸਟਾਰਟ ਕਰਦੇ ਹਾਂ। ਫਸਟ ਵਰਡ ਆਪਣੇ ਕੋਲ ਟੀ, ਉਸ ਤੋਂ ਬਾਅਦ ਆਰ, ਉਸ ਤੋਂ ਬਾਅਦ ਆਈ, ਫਿਰ ਆਪਾਂ ਜੀ ਲਿਖਤੀ, ਉਸ ਤੋਂ ਬਾਅਦ ਓ ਲਿਖਤੀ, ਫਿਰ ਉਸ ਤੋਂ ਬਾਅਦ ਐਨ ਲਿਖਤੀ, ਫਿਰ ਆਪਣੇ ਕੋਲੇ ਓ ਆਉਣੀ ਸੀ, ਬਟ ਉਹ ਮੈਂ ਤੁਹਾਨੂੰ ਕਿਹਾ ਆਪਾਂ ਰਿਪੀਟ ਨਹੀਂ ਕਰਨਾ। ਸੋ ਨੈਕਸਟ ਵਰਡ ਆਪਣੇ ਕੋਲੇ ਆਏਗਾ ਐਮ, ਉਸ ਤੋਂ ਬਾਅਦ ਨੈਕਸਟ ਆਏਗਾ ਆਪਣੇ ਕੋਲੇ ਈ, ਉਸ ਤੋਂ ਬਾਅਦ ਨੈਕਸਟ ਕਿਹੜਾ ਆਏਗਾ, ਵਾਈ, ਠੀਕ ਹੈ। ਸੋ ਇਸ ਨੂੰ ਆਪਾਂ ਇਨਕਲੋਜ਼ ਕਰਤਾ। ਕਲੀਅਰ। ਹੁਣ ਆਰ ਵੀ ਆਪਾਂ ਨਹੀਂ ਯੂਜ਼ ਕੀਤੀ ਬਿਕੋਜ਼ ਆਰ ਆਪਾਂ ਪਹਿਲਾਂ ਹੀ ਯੂਜ਼ ਕਰ ਚੁੱਕੇ ਸੀ। ਸੋ ਸਾਰਿਆਂ ਨੂੰ ਆਪਾਂ ਕੋਮਸ ਦੇ ਨਾਲ ਸੈਪਰੇਟ ਕੀਤਾ ਐਂਡ ਕਰਲੀ ਬ੍ਰੈਕਟਸ ਦੇ ਨਾਲ ਇਨਕਲੋਜ਼ ਕਰਤਾ। ਕਲੀਅਰ। ਐਂਡ ਬਿਲਕੁਲ ਸੇਮ ਆਪਾਂ ਨੂੰ ਲਾਸਟ ਪਾਰਟ ਦਿੱਤਾ ਹੋਇਆ, ਆਪਾਂ ਕੋਈ ਸੈੱਟ ਬਣਾਉਣਾ ਐਫ, ਦਾ ਸੈੱਟ ਆਫ ਆਲ ਲੈਟਰਸ ਇਨ ਦਾ ਵਰਡ ਬੈਟਰ। ਹਾਂਜੀ, ਤਾਂ ਆਪਾਂ ਕੋਈ ਐਫ ਸੈੱਟ ਬਣਾ ਰਹੇ ਹਾਂ। ਸੋ ਇਸ ਨੂੰ ਮੈਂ ਕਰਲੀ ਬ੍ਰੈਕਟ ਸਟਾਰਟ ਕੀਤੀਆਂ। ਸੋ ਇਸ ਦੇ ਵਿੱਚ ਫਸਟ ਆਪਣੇ ਕੋਲ ਆ ਰਿਹਾ ਐਲੀਮੈਂਟ ਬੀ, ਉਸ ਤੋਂ ਬਾਅਦ ਈ, ਉਸ ਤੋਂ ਬਾਅਦ ਆ ਰਿਹਾ ਡਬਲ ਟੀ ਆ ਰਿਹਾ ਹੈ ਨਾ, ਬਟ ਆਪਾਂ ਰਿਪੀਟ ਤਾਂ ਕਰਨਾ ਹੀ ਨਹੀਂ। ਸੋ ਆਪਾਂ ਇੱਕ ਵਾਰ ਟੀ ਲਿਖ ਲਿਆ, ਉਸ ਤੋਂ ਬਾਅਦ ਈ ਆਉਣਾ ਸੀ ਆਪਣਾ, ਈ ਵੀ ਮੈਂ ਪਹਿਲਾਂ ਲਿਖ ਚੁੱਕਿਆ ਸੀ। ਸੋ ਨੈਕਸਟ ਆਪਣਾ ਆ ਗਿਆ ਆਰ, ਠੀਕ ਹੈ। ਸੋ ਜਿਹੜਾ ਆਪਣੇ ਕੋਲੇ ਵੈਟਰ ਆ ਵਰਡ, ਉਸ ਦੇ ਜਿਹੜੇ ਆਪਣੇ ਕੋਲੇ ਐਲੀਮੈਂਟਸ ਬਣ ਗਏ ਰੋਸਟਰ ਫਾਰਮ ਵਿੱਚ, ਉਹ ਇਹੀ ਵਾਲਾ ਸੈੱਟ ਬਣੇਗਾ, ਠੀਕ ਹੈ। ਸੋ ਨੈਕਸਟ ਆਪਾਂ 5th ਕੁਐਸਚਨ ਟਰਾਈ ਕਰਦੇ ਹਾਂ। ਜਿਹੜਾ 4th ਕੁਐਸਚਨ ਆ ਉਸ ਨੂੰ ਆਪਾਂ ਵੀਡੀਓ ਦੇ ਐਂਡ ਵਿੱਚ ਕਰਾਂਗੇ। ਸੋ ਆਪਣੇ ਕੋਲੇ ਦਿੱਤਾ ਹੋਇਆ ਲਿਸਟ ਆਲ ਦਾ ਐਲੀਮੈਂਟਸ ਆਫ ਦਾ ਫੋਲੋਇੰਗ ਸੈਟਸ। ਹਾਂਜੀ, ਤਾਂ ਆਪਾਂ ਨੂੰ ਸੈਟਸ ਦਿੱਤੇ ਹੋਏ ਆ, ਆਪਾਂ ਇਹਨਾਂ ਦੇ ਸਾਰੇ ਐਲੀਮੈਂਟਸ ਲਿਖਣੇ ਆ। ਸੋ ਆਪਣੇ ਕੋਲੇ ਫਸਟ ਪਾਰਟ ਗਿਵਨ ਆ, ਆਪਾਂ ਨੂੰ ਕੋਈ ਏ ਸੈੱਟ ਦਿੱਤਾ ਹੋਇਆ ਸੱਚ ਦੈਟ x ਇਜ਼ ਐਨ ਔਡ ਨੈਚੁਰਲ ਨੰਬਰ। ਹਾਂਜੀ, ਤਾਂ x ਆ ਜਿਹੜਾ ਉਹ ਕੋਈ ਔਡ ਨੈਚੁਰਲ ਨੰਬਰ ਆ। ਤਾਂ ਹੁਣ ਔਡ ਨੈਚੁਰਲ ਨੰਬਰ ਤਾਂ ਬਹੁਤ ਜ਼ਿਆਦਾ ਹੋ ਸਕਣਗੇ, ਆਪਾਂ ਨੂੰ ਪਤਾ ਹੀ ਨਹੀਂ ਕਿੱਥੋਂ ਤੱਕ ਜਾ ਰਹੇ ਆ। ਸੋ ਆਪਾਂ ਇਸ ਨੂੰ ਕਿੱਦਾਂ ਲਿਖ ਸਕਦੇ ਹਾਂ, a ਕਰਲੀ ਬ੍ਰੈਕਟ ਸਟਾਰਟ ਕੀਤੀਆਂ, 1 ਸਭ ਤੋਂ ਪਹਿਲਾਂ ਔਡ, ਉਸ ਤੋਂ ਬਾਅਦ 3, ਉਸ ਤੋਂ ਬਾਅਦ 5, ਉਸ ਤੋਂ ਬਾਅਦ 7 ਅਪ ਟੂ ਸੋ ਔਨ। ਇਸ ਤਰੀਕੇ ਡਾਟਸ ਲਗਾ ਦੇਣੀਆਂ ਆਪਾਂ ਐਂਡ ਕਰਲੀ ਬ੍ਰੈਕਟਸ ਨਾਲ ਇਸ ਨੂੰ ਕਲੋਜ਼ ਕਰ ਦੇਣਾ। ਕਲੀਅਰ। ਸੋ ਨੈਕਸਟ ਆਪਣੇ ਕੋਲੇ ਸੈਕਿੰਡ ਪਾਰਟ ਵਿੱਚ ਸੈੱਟ ਦਿੱਤਾ ਹੋਇਆ v ਸੱਚ ਦੈਟ x ਇਜ਼ ਐਨ ਇੰਟੀਜ਼ਰ ਐਂਡ ਜਿਸ ਦੀ ਵੈਲਿਊ ਲਾਈ ਕਰੇਗੀ -12 ਤੋਂ ਲੈ ਕੇ 9.2 ਤੱਕ। ਸੋ ਆਪਾਂ ਇਸ ਨੂੰ ਕਿੱਦਾਂ ਲਿਖ ਸਕਦੇ ਹਾਂ, -12 ਨੂੰ ਮੈਂ ਲਿਖ ਸਕਦਾ 0.5 -0.5 ਐਂਡ 9.2 ਨੂੰ ਲਿਖ ਸਕਦੇ ਹਾਂ ਆਪਾਂ 4.5। ਸੋ ਇਸ ਦੇ ਵਿੱਚ ਕਿਹੜੇ ਇੰਟੀਜਰਸ ਆ ਰਹੇ ਆ, ਉਹ ਇਸ ਸੈੱਟ ਦੇ ਐਲੀਮੈਂਟਸ ਰਹਿਣਗੇ, ਠੀਕ ਹੈ। ਇਹਨਾਂ ਦੇ ਜਿਹੜੇ ਇਨ ਬਿਟਵੀਨ ਆ ਰਹੇ ਆ। ਸੋ ਫਸਟ ਆਪਣੇ ਕੋਲ ਕਿਹੜਾ ਇੰਟੀਜਰ ਆਏਗਾ, 0। ਸੋ b ਦੇ ਕਿਹੜੇ ਐਲੀਮੈਂਟਸ ਹੋਣਗੇ, ਇੱਕ ਤਾਂ 0, ਉਸ ਤੋਂ ਬਾਅਦ 1, ਉਸ ਤੋਂ ਬਾਅਦ 2, 3 ਐਂਡ 4। ਸੋ ਇਹ ਸਾਰੇ ਆਪਣੇ ਕੋਲ ਕੀ ਆਉਣਗੇ, ਇਸ b ਸੈੱਟ ਦੇ ਐਲੀਮੈਂਟਸ, ਠੀਕ ਹੈ। ਸੋ ਨੈਕਸਟ ਆਪਾਂ ਨੂੰ ਥਰਡ ਪਾਰਟ ਵਿੱਚ ਕੋਈ c ਸੈੱਟ ਦਿੱਤਾ ਹੋਇਆ ਸੱਚ ਦੈਟ x ਇਜ਼ ਐਨ ਇੰਟੀਜਰ ਜਿਸ ਦੇ ਵਿੱਚ x² ਦੀ ਵੈਲਿਊ ਹੈ ਜਿਹੜੀ ਉਹ ਲੈਸ ਦੈਨ ਐਂਡ ਇਕੁਅਲ ਟੂ ਆ 4 ਦੇ। ਸੋ ਹੁਣ ਦੇਖੋ ਆਪਾਂ ਇਸ ਦੇ ਐਲੀਮੈਂਟਸ ਕਿਹੜੇ ਲਿਖ ਸਕਦੇ ਹਾਂ, ਲੈਸ ਦੈਨ ਐਂਡ ਇਕੁਅਲ ਟੂ 4। ਸੋ ਹੁਣ ਆਪਣੇ ਕੋਲੇ ਇੱਕ ਤਾਂ ਹੋ ਸਕਦਾ -2, ਠੀਕ ਹੈ, ਬਿਕੋਜ਼ -2 ਦਾ ਜਦੋਂ ਆਪਾਂ ਸਕੁਏਅਰ ਕਰਾਂਗੇ ਜਾਂ ਤਾਂ ਇਹ 4 ਹੀ ਆਏਗਾ। ਸੋ 4 ਆਪਣੇ ਕੋਲੇ ਕੀ ਹੈ, ਇਕੁਅਲਸ ਟੂ 4 ਆ। ਸੋ ਇਹ ਆਪਾਂ ਲੈ ਸਕਦੇ ਸੀ। ਐਂਡ ਇਸ ਤੋਂ ਬਾਅਦ -1 ਦਾ ਸਕੁਏਅਰ ਕਰਾਂਗੇ 1 ਆ ਜਾਏਗਾ। ਸੋ ਇਹ ਵੀ ਇਸ ਸੈੱਟ ਦੇ ਵਿੱਚ ਆ ਜਾਏਗਾ ਬਿਕੋਜ਼ 4 ਤੋਂ ਲੈਸ ਆ। ਨੈਕਸਟ ਆਪਾਂ 0 ਆ ਜਾਏਗਾ, ਉਸ ਤੋਂ ਬਾਅਦ 1 ਆ ਜਾਏਗਾ, ਉਸ ਤੋਂ ਬਾਅਦ 2। ਸੋ ਇਹ ਸਾਰੇ ਜਿਹੜੇ ਐਲੀਮੈਂਟਸ ਆ ਇਹ ਕਿਹੜੇ ਰਹਿਣਗੇ, C ਸੈੱਟ ਦੇ ਐਲੀਮੈਂਟਸ ਰਹਿਣਗੇ। ਨੈਕਸਟ 4th ਪਾਰਟ ਵਿੱਚ ਆਪਾਂ ਨੂੰ D ਸੈੱਟ ਦਿੱਤਾ ਹੋਇਆ, ਇਹ ਤਾਂ ਬਿਲਕੁਲ ਹੀ ਈਜ਼ੀ ਰਹੇਗਾ। X ਇਜ਼ ਅ ਲੈਟਰ ਇਨ ਦਾ ਵਰਡ ਲੋਇਲ। ਸੋ ਲੋਇਲ ਵਰਡ ਵਿੱਚ ਆਪਾਂ ਐਲੀਮੈਂਟਸ ਲਿਖਣੇ ਆ, ਕਿਹੜੇ ਆ ਜਾਣਗੇ, ਇੱਕ ਤਾਂ ਆਪਣੇ ਕੋਲੇ L, ਉਸ ਤੋਂ ਬਾਅਦ O, ਉਸ ਤੋਂ ਬਾਅਦ Y, ਉਸ ਤੋਂ ਬਾਅਦ ਫਿਰ A ਐਂਡ L ਨੂੰ ਆਪਾਂ ਐਂਡ ਤੇ ਨਹੀਂ ਲਿਖਾਂਗੇ ਬਿਕੋਜ਼ L ਆਪਾਂ ਆਲਰੇਡੀ ਲਿਖ ਚੁੱਕੇ ਸੀ। ਆਪਾਂ ਸਟਾਰਟਿੰਗ ਵਿੱਚ ਕਿਹਾ ਸੀ ਵੀ ਰਿਪੀਟ ਨਹੀਂ ਕਰਨਾ ਰੋਸਟਰਡ ਫਾਰਮ ਵਿੱਚ। ਕਲੀਅਰ। ਸੋ ਨੈਕਸਟ ਆਪਾਂ ਨੂੰ ਲਾਸਟ ਪਾਰਟ ਗਿਵਨ ਆ, ਆਪਾਂ ਨੂੰ ਕੋਈ F ਸੈੱਟ ਦਿੱਤਾ ਹੋਇਆ ਜਿਸ ਵਿੱਚ X ਇਜ਼ ਅ ਕੌਨਸੋਨੈਂਟ ਇਨ ਇੰਗਲਿਸ਼ ਅਲਫਾਬੈਟ ਵਿਚ ਪ੍ਰੈਸੀਡਸ K। ਹਾਂਜੀ, ਤਾਂ ਕੌਨਸੋਨੈਂਟਸ ਤਾਂ ਆਪਾਂ ਨੂੰ ਪਤਾ ਹੀ ਆ ਕਿਹੜੇ ਹੁੰਦੇ ਆ, ਵਾਵਲਸ ਆਪਣੇ ਕੋਲੇ 5 ਅੱਖਰ ਹੁੰਦੇ ਆ ਐਂਡ ਬਾਕੀ ਦੇ ਸਾਰੇ ਜਿਹੜੇ ਲੈਟਰਸ ਹੁੰਦੇ ਆ ਉਹ ਕੌਨਸੋਨੈਂਟਸ ਹੁੰਦੇ ਆ। A E I O U ਨੂੰ ਛੱਡ ਕੇ ਬਾਕੀ ਦੇ ਸਾਰੇ ਲੈਟਰਸ ਨੂੰ ਆਪਾਂ ਕੌਨਸੋਨੈਂਟਸ ਕਹਿੰਦੇ ਆ, ਠੀਕ ਹੈ। ਓਕੇ, ਸੋ ਹੁਣ ਆਪਾਂ ਕੋਈ F ਸੈੱਟ ਬਣਾ ਰਹੇ ਹਾਂ।
ਸੋ ਇਸ ਦੇ ਵਿੱਚ ਇੱਕ ਚੀਜ਼ ਯਾਦ ਰੱਖਿਓ, ਹਮੇਸ਼ਾ ਸੈੱਟ ਨੂੰ ਆਪਾਂ ਕੈਪੀਟਲ ਲੈਟਰ ਨਾਲ ਹੀ ਰਿਪਰੈਜ਼ੈਂਟ ਕਰਨਾ। ਓਕੇ, ਸੋ ਆਪਾਂ ਇਸ ਦੇ ਐਲੀਮੈਂਟਸ ਲਿਖਦੇ ਹਾਂ। ਫਸਟ ਐਲੀਮੈਂਟ ਆਪਣੇ ਕੋਲ A ਆਉਣਾ ਚਾਹੀਦਾ ਸੀ, ਬਟ A ਹੈ ਜਿਹੜਾ ਉਹ ਵਾਵਲ ਆ। ਸੋ ਨੈਕਸਟ ਆਪਣੇ ਕੋਲ ਆ ਗਿਆ B ਤੋਂ ਬਾਅਦ C, ਫਿਰ D ਤੋਂ ਬਾਅਦ ਆਪਣੇ ਕੋਲ E ਆਉਣਾ ਚਾਹੀਦਾ ਸੀ, ਬਟ E ਵਾਵਲ ਆ। ਸੋ ਉਸ ਤੋਂ ਬਾਅਦ F, ਨੈਕਸਟ G ਆ ਗਿਆ, G ਤੋਂ ਬਾਅਦ H ਤੋਂ ਬਾਅਦ I ਆਉਣਾ ਚਾਹੀਦਾ ਸੀ, ਬਟ I ਵੀ ਵਾਵਲ ਆ। ਸੋ ਆਪਾਂ ਲਿਖਾਂਗੇ J ਤੋਂ ਬਾਅਦ K ਹੀ ਆ ਜਾਏਗਾ, ਬਟ K ਤੋਂ ਆਪਾਂ ਪਹਿਲਾਂ ਵਾਲੇ ਲਿਖਣੇ ਸੀ। ਸੋ ਦੈਟਸ ਵਾਈ ਆਪਾਂ ਇੱਥੇ ਇਨਕਲੋਜ਼ ਕਰ ਦਿੰਦੇ ਹਾਂ। ਸੋ ਜਿਹੜੇ ਇਹ ਸਾਰੇ ਐਲੀਮੈਂਟਸ ਆ ਇਹ ਕਿਹੜੇ ਸੈੱਟ ਦੇ ਆਉਣਗੇ, ਜਿਸ ਵਿੱਚ ਆਪਾਂ ਕਿਹਾ X is a consonant in English alphabet which precedes K। ਕਲੀਅਰ। ਸੋ ਹੁਣ ਦੇਖੋ ਇੱਥੋਂ ਇੱਕ ਚੀਜ਼ ਹੋਰ ਪਤਾ ਲੱਗ ਰਹੀ ਆ, ਇੱਥੋਂ ਆਪਾਂ ਨੂੰ ਕਿੰਨੀਆਂ ਜ਼ਿਆਦਾ ਸੈੱਟ ਬਿਲਡਰ ਫਾਰਮਸ ਮਿਲ ਰਹੀਆਂ। ਠੀਕ ਹੈ, ਤੁਸੀਂ ਇਹਨਾਂ ਦੇ ਉਲਟ ਵੀ ਕਰਕੇ ਦੇਖ ਸਕਦੇ ਹੋ ਵੀ ਇਸ ਨੂੰ ਸੈੱਟ ਬਿਲਡਰ ਫਾਰਮ ਵਿੱਚ ਲਿਖਣ ਦੀ ਟਰਾਈ ਕਰੋ। ਠੀਕ ਹੈ, ਬਿਕੋਜ਼ ਜਿਹੜੇ ਸੈੱਟ ਬਿਲਡਰ ਫਾਰਮ ਵਾਲੇ ਕੁਐਸਚਨ ਆ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਆ, ਜਿਹੜੇ ਆਪਾਂ ਲਾਸਟ ਵਿੱਚ ਕਰਾਂਗੇ। ਸੋ ਨੈਕਸਟ ਆਪਾਂ ਨੂੰ 6th ਕੁਐਸਚਨ ਦਿੱਤਾ ਹੋਇਆ, ਮੈਚ ਈਚ ਆਫ ਦਾ ਸੈੱਟ ਔਨ ਦਾ ਲੈਫਟ ਸਾਈਡ ਇਨ ਦਾ ਰੋਸਟਰ ਫਾਰਮ ਵਿਦ ਦਾ ਸੇਮ ਸੈੱਟ ਔਨ ਦਾ ਰਾਈਟ ਇਨ ਸੈੱਟ ਬਿਲਡਰ ਫਾਰਮ। ਹਾਂਜੀ, ਤਾਂ ਆਪਾਂ ਨੂੰ ਲੈਫਟ ਸਾਈਡ ਤੇ ਰੋਸਟਰ ਫਾਰਮਸ ਦਿੱਤੀਆਂ ਹੋਈਆਂ, ਆਪਾਂ ਇਹਨਾਂ ਨੂੰ ਮੈਚ ਕਰਨਾ ਸੈੱਟ ਬਿਲਡਰ ਫਾਰਮਸ ਨਾਲ, ਜਿਹੜੀਆਂ ਕਿ ਆਪਾਂ ਨੂੰ ਰਾਈਟ ਸਾਈਡ ਤੇ ਦਿੱਤੀਆਂ ਹੋਈਆਂ। ਠੀਕ ਹੈ, ਸੋ ਫਸਟਲੀ ਆਪਾਂ ਸੈੱਟ ਬਿਲਡਰ ਫਾਰਮਸ ਨੂੰ ਰੀਡ ਕਰਾਂਗੇ ਐਂਡ ਸਿੰਪਲੀ ਮੈਚ ਕਰ ਦਿਆਂਗੇ, ਈਜ਼ੀ ਰਹੇਗਾ। ਸੋ ਫਸਟ ਕੁਐਸਚਨ ਰੀਡ ਕਰਦੇ ਹਾਂ। ਫਸਟ ਪਾਰਟ A, X is a prime and divisor of 6। ਹਾਂਜੀ, ਜਿਹੜਾ 6 ਦਾ ਡਿਵਾਈਜ਼ਰ ਵੀ ਹੋਵੇ ਐਂਡ ਪ੍ਰਾਈਮ ਵੀ ਹੋਵੇ। ਤਾਂ ਹੁਣ ਦੇਖੋ ਇਸ ਦੇ ਵਿੱਚ ਤਾਂ 1 ਆ ਰਿਹਾ ਫਸਟ ਪਾਰਟ ਦੇ ਵਿੱਚ, ਸੋ 1 ਤਾਂ ਨਹੀਂ ਹੋ ਸਕਦਾ ਬਿਕੋਜ਼ 1 ਤਾਂ ਪ੍ਰਾਈਮ ਹੀ ਹੈ ਨਹੀਂ। ਐਂਡ ਸੈਕਿੰਡ ਆਪਣੇ ਕੋਲੇ 2 ਐਂਡ 3, 2 ਵੀ ਪ੍ਰਾਈਮ ਆ ਐਂਡ 3 ਵੀ ਪ੍ਰਾਈਮ ਆ। ਸੋ ਇਹ ਆਪਸ਼ਨ ਆ ਸਕਦੀ ਹੈ, ਇਹ ਤਾਂ ਬਿਲਕੁਲ ਹੀ ਨਹੀਂ ਆ ਸਕਦੀ ਐਂਡ ਇਹ ਵੀ ਨਹੀਂ ਆ ਸਕਦੀ। ਸੋ ਆਪਣੇ ਕੋਲੇ ਫਸਟ ਦਾ ਆਨਸਰ ਕਿਹੜਾ ਰਹੇਗਾ 2। ਸੋ ਆਪਾਂ ਇਸ ਨੂੰ ਮੈਚ ਕਰ ਦਿੰਦੇ ਹਾਂ ਇਸ ਤਰੀਕੇ। ਕਲੀਅਰ। ਸੋ ਇਸ ਤੋਂ ਬਾਅਦ ਆਪਾਂ ਸੈਕਿੰਡ ਪਾਰਟ ਰੀਡ ਕਰਦੇ ਹਾਂ B, X is an odd natural number less than 10। ਹਾਂਜੀ, odd natural number less than 10। ਤਾਂ ਇਹ ਫਸਟ ਪਾਰਟ ਨੂੰ ਆਪਾਂ ਦੇਖਦੇ ਹਾਂ 1 2 3 6। 2 ਤੇ 6 ਆਪਣੇ ਕੋਲੇ ਕਿਹੜੇ ਆ ਗਏ ਈਵਨ ਨੰਬਰਸ, ਬਟ ਆਪਾਂ ਨੂੰ ਚਾਹੀਦਾ ਸੀ odd। ਸੋ ਓਬਵੀਅਸਲੀ ਆਪਣੇ ਕੋਲੇ ਲਾਸਟ ਪਾਰਟ ਹੀ ਹੈ। ਠੀਕ ਹੈ, 1 3 5 7 9। ਸੋ B ਦਾ ਆਨਸਰ ਕਿਹੜਾ ਰਹੇਗਾ ਆਪਣਾ ਫੋਰਥ ਪਾਰਟ। ਸੋ ਆਪਾਂ ਇਸ ਨੂੰ ਵੀ ਮੈਚ ਕਰ ਦਿੰਦੇ ਹਾਂ। ਸੋ B ਦਾ ਆਨਸਰ ਮੈਂ ਲਿਖਤਾ ਇੱਥੇ ਫੋਰਥ ਪਾਰਟ। ਠੀਕ ਹੈ, ਨੈਕਸਟ ਜੇਕਰ ਆਪਾਂ C ਪਾਰਟ ਨੂੰ ਰੀਡ ਕਰੀਏ, X is a natural number and divisor of 6। ਤਾਂ ਓਬਵੀਅਸਲੀ ਆਪਾਂ ਨੂੰ ਪਤਾ ਲੱਗ ਰਿਹਾ ਇਹ ਫਸਟ ਪਾਰਟ ਦੀ ਗੱਲ ਹੀ ਹੋ ਰਹੀ ਹੈ। ਸੋ ਇਸ ਨੂੰ ਆਪਾਂ ਫਸਟ ਨਾਲ ਮੈਚ ਕਰ ਦਿੰਦੇ ਹਾਂ। ਠੀਕ ਹੈ, ਐਂਡ ਜਿਹੜਾ D ਪਾਰਟ ਆ, X is a letter of the word mathematics। ਤਾਂ ਉਹ ਤਾਂ ਆਪਾਂ ਨੂੰ ਪਤਾ ਲੱਗ ਹੀ ਰਿਹਾ ਥਰਡ ਨਾਲ ਮੈਚ ਕਰੇਗਾ। ਸੋ ਆਪਾਂ ਇਸ ਨੂੰ ਵੀ ਕਰ ਦਿੰਦੇ ਹਾਂ, ਮੈਚ ਕਰ ਦਿੰਦੇ ਹਾਂ। ਸੋ ਇਹ ਹੋ ਜਾਏਗਾ ਇਸ ਤਰੀਕੇ। ਕਲੀਅਰ। ਸੋ ਨੈਕਸਟ ਆਪਾਂ ਫੋਰਥ ਕੁਐਸਚਨ ਟਰਾਈ ਕਰਦੇ ਹਾਂ, ਜਿਸ ਨੂੰ ਆਪਾਂ ਪਹਿਲਾਂ ਸਕਿਪ ਕਰਕੇ ਆਏ ਸੀ। ਰਾਈਟ ਦਾ ਫੋਲੋਇੰਗ ਸੈਟਸ ਇਨ ਦਾ ਸੈਟ ਬਿਲਡਰ ਫਾਰਮ। ਹਾਂਜੀ, ਤਾਂ ਆਪਾਂ ਨੂੰ ਕੁਝ ਸੈਟਸ ਦਿੱਤੇ ਹੋਏ ਆ, ਜਿਵੇਂ ਇਹ 5 ਸੈਟਸ ਦਿੱਤੇ ਹੋਏ ਆ ਰੋਸਟਰ ਫਾਰਮ ਵਿੱਚ। ਆਪਾਂ ਇਹਨਾਂ ਸਾਰਿਆਂ ਨੂੰ ਸੈਟ ਬਿਲਡਰ ਫਾਰਮ ਵਿੱਚ ਕਨਵਰਟ ਕਰਨਾ। ਠੀਕ ਹੈ, ਸੋ ਆਪਾਂ ਫਸਟ ਪਾਰਟ ਟਰਾਈ ਕਰਦੇ ਹਾਂ। ਫਸਟ ਪਾਰਟ ਆਪਾਂ ਨੂੰ ਦਿੱਤਾ ਹੋਇਆ 3 6 9 12। ਹਾਂਜੀ, ਸੋ ਸੈਟ ਬਿਲਡਰ ਫਾਰਮ ਵਿੱਚ ਕਨਵਰਟ ਕਰਨ ਲਈ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜੇ ਐਲੀਮੈਂਟਸ ਆ ਸੈੱਟ ਦੇ ਉਹ ਕਿਸੇ ਨਾ ਕਿਸੇ ਕਾਮਨ ਪ੍ਰੋਪਰਟੀ ਨੂੰ ਬਿਲੋਂਗ ਕਰਦੇ ਹੋਣਗੇ। ਠੀਕ ਹੈ, ਸੋ ਹੁਣ ਦੇਖੋ ਇਹਨਾਂ ਦੇ ਵਿੱਚ ਕਿਹੜੀ ਕਾਮਨ ਪ੍ਰੋਪਰਟੀ ਹੋ ਰਹੀ ਹੈ। ਮੈਨੂੰ ਤਾਂ ਇਹ ਸਾਰੇ 3 ਦਾ ਟੇਬਲ ਲੱਗ ਰਹੇ ਆ। ਸੋ ਆਪਾਂ ਇਸ ਨੂੰ ਕੀ ਲਿਖ ਸਕਦੇ ਹਾਂ, ਇਹ 3 into 1 ਹੈ, ਇਹ 3 into 2 ਹੈ, ਇਹ 3 into 3, ਇਹ 3 into 4। ਸੋ 3 ਦਾ ਟੇਬਲ ਚੱਲ ਰਿਹਾ, ਬਟ ਜਿਹੜੀ ਵੈਲਿਊ ਆ ਉਹ ਕਿੱਥੋਂ ਤੱਕ ਲਾਈ ਕਰ ਰਹੀ ਹੈ 1 ਤੋਂ ਲੈ ਕੇ 4 ਤੱਕ। ਠੀਕ ਹੈ ਨਾ, ਜੇਕਰ ਮੈਂ ਇਸ ਨੂੰ ਲਿਖਾਂ 3n ਲਿਖਾਂ, ਠੀਕ ਹੈ, ਸੋ n ਦੀ ਵੈਲਿਊ 1 ਤੋਂ ਲੈ ਕੇ 4 ਤੱਕ ਲਾਈ ਕਰੇਗੀ ਬਿਕੋਜ਼ 3 into 1 3 ਹੋਏਗਾ ਐਂਡ 3 into 4 ਕਿੰਨਾ ਹੋਏਗਾ 12। ਸੋ ਆਪਾਂ ਇਸ ਨੂੰ ਕਿਵੇਂ ਲਿਖ ਸਕਦੇ ਹਾਂ। ਸੋ ਮੈਂ ਇਸ ਨੂੰ ਲਿਖਿਆ ਫਸਟਲੀ ਕਰਲੀ ਬ੍ਰੈਕਟ ਸਟਾਰਟ, ਉਸ ਤੋਂ ਬਾਅਦ x, ਉਸ ਤੋਂ ਬਾਅਦ ਕੋਲਨ। ਤੁਹਾਨੂੰ ਦੱਸਿਆ ਸੀ ਨਾ ਸਟਾਰਟਿੰਗ ਦੇ ਵਿੱਚ ਵੀ ਆਪਾਂ ਸੈਟ ਬਿਲਡਰ ਫਾਰਮ ਨੂੰ ਕਿੱਦਾਂ ਸਟਾਰਟ ਕਰਦੇ ਹਾਂ। ਓਕੇ, ਸੋ ਹੁਣ ਦੇਖੋ ਜੀ ਆਪਾਂ ਕੀ ਲਿਖ ਸਕਦੇ ਹਾਂ, x is equals to 3n ਬਿਕੋਜ਼ ਇਹ ਸਾਰੇ ਨੂੰ ਆਪਾਂ, ਮੈਂ ਤੁਹਾਨੂੰ ਦੱਸਿਆ ਸੀ ਹੁਣੇ ਵੀ ਕਿਸੇ ਨਾ ਕਿਸੇ ਕਾਮਨ ਪ੍ਰੋਪਰਟੀ ਨੂੰ ਬਿਲੋਂਗ ਕਰਦੇ ਹੋਣਗੇ। ਸੋ ਆਪਾਂ ਇਸ ਨੂੰ ਇਸ ਫਾਰਮ ਵਿੱਚ ਲਿਖ ਸਕਦੇ ਹਾਂ। ਉਸ ਤੋਂ ਬਾਅਦ ਜਿਹੜੀ ਸਮਾਲ n ਆਪਣੇ ਕੋਲੇ ਉਹ ਕਿਸ ਨੂੰ ਬਿਲੋਂਗ ਕਰਦੀ ਆ, ਨੈਚੁਰਲ ਨੰਬਰਸ ਨੂੰ। ਕਿਹੜੇ ਨੈਚੁਰਲ ਨੰਬਰਸ ਨੂੰ ਬਿਲੋਂਗ ਕਰਦੀ ਆ 1 ਤੋਂ ਲੈ ਕੇ 4 ਤੱਕ ਬਿਕੋਜ਼ ਜਿਹੜੀ n ਦੀ ਵੈਲਿਊ ਆ ਉਹ 1 ਤੋਂ ਲੈ ਕੇ 4 ਤੱਕ ਲਾਈ ਕਰਦੀ ਆ। ਕਲੀਅਰ। ਸੋ ਆਪਾਂ ਇਹ ਜਿਹੜੀ ਫਾਰਮ ਲਿਖਤੀ ਇਹ, ਸੋ ਇਸ ਨੂੰ ਕੀ ਬੋਲਿਆ ਜਾਂਦਾ, ਸੈਟ ਬਿਲਡਰ ਫਾਰਮ। ਕਲੀਅਰ।
ਸੋ ਆਪਾਂ ਸੈਕਿੰਡ ਪਾਰਟ ਟਰਾਈ ਕਰਦੇ ਹਾਂ, ਜਿਸ ਵਿੱਚ ਆਪਾਂ ਨੂੰ ਐਲੀਮੈਂਟਸ ਦਿੱਤੇ ਹੋਏ ਆ ਸੈੱਟ ਦੇ 2 4 8 16 ਐਂਡ 32। ਸੋ ਤੁਸੀਂ ਇਹਨਾਂ ਨੂੰ ਧਿਆਨ ਨਾਲ ਐਨਾਲਾਈਜ਼ ਕਰੋ ਵੀ ਜਿਹੜੇ ਇਹ ਐਲੀਮੈਂਟਸ ਆ ਇਹ ਕਿਹੜੇ ਕਾਮਨ ਪ੍ਰੋਪਰਟੀ ਨੂੰ ਬਿਲੋਂਗ ਕਰ ਰਹੇ ਆ। ਠੀਕ ਹੈ, 2 4 8 16 ਐਂਡ 32। ਸੋ ਜੇਕਰ ਆਪਾਂ ਗੱਲ ਕਰੀਏ, ਇਹ ਤਾਂ ਹੈਗਾ ਆਪਣੇ ਕੋਲ 2⁻1। ਇਸ ਨੂੰ ਮੈਂ ਕਹਿ ਸਕਦਾ 2⁻2, ਇਸ ਨੂੰ ਕਹਿ ਸਕਦੇ ਹਾਂ 2⁻3, ਇਸ ਨੂੰ ਕੀ ਕਹਿ ਸਕਦੇ ਹਾਂ 2⁻4 ਐਂਡ ਇਸ ਨੂੰ ਕੀ ਕਹਿ ਸਕਦੇ ਹਾਂ 2⁻5। ਸੋ ਜੇਕਰ ਆਪਾਂ ਹੋਲ ਜਰਨਲ ਫਾਰਮ ਵਿੱਚ ਲਿਖਣਾ ਹੋਵੇ ਤਾਂ ਆਪਾਂ ਇਸ ਨੂੰ ਇੱਦਾਂ ਵੀ ਲਿਖ ਸਕਦੇ ਹਾਂ 2⁻n, ਹੈ ਨਾ। ਅਤੇ n ਦੀ ਵੈਲਿਊ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਲਾਈ ਕਰਦੀ ਆ, n ਦੀ ਵੈਲਿਊ 1 ਤੋਂ ਲੈ ਕੇ 5 ਤੱਕ ਲਾਈ ਕਰੇਗੀ। ਠੀਕ ਹੈ, ਸੋ ਇਸ ਨੂੰ ਆਪਾਂ ਲਿਖ ਸਕਦੇ ਹਾਂ। ਫਸਟਲੀ ਮੈਂ ਬਿਲਕੁਲ ਉੱਦਾਂ ਹੀ ਕਰਲੀ ਬ੍ਰੈਕਟ ਸਟਾਰਟ ਕੀਤੀ x, ਉਸ ਤੋਂ ਬਾਅਦ ਇਹ ਕੋਲਨ, ਉਸ ਤੋਂ ਬਾਅਦ ਆਪਾਂ ਕੀ ਲਿਖਿਆ x = 2⁻n, ਬਿਕੋਜ਼ ਆਪਾਂ ਹੁਣੇ ਗੱਲ ਕਰਕੇ ਆਏ ਹਾਂ ਵੀ ਜਿਹੜੇ ਆਹ ਐਲੀਮੈਂਟਸ ਆ ਇਹ 2⁻n ਫਾਰਮ ਵਿੱਚ ਆਪਾਂ ਨੂੰ ਦਿੱਤੇ ਹੋਏ ਆ। ਠੀਕ ਹੈ, ਸੋ ਮੈਂ ਇਸ ਨੂੰ ਲਿਖਤਾ 2⁻n। ਹਾਂਜੀ, ਤਾਂ ਜਿਹੜਾ ਆਪਣੇ ਕੋਲ n ਸੀ ਇਹ ਕਿਸ ਨੂੰ ਬਿਲੋਂਗ ਕਰਦਾ, ਨੈਚੁਰਲ ਨੰਬਰਸ ਦੇ ਸੈੱਟ ਨੂੰ, ਦੈਟ ਇਜ਼ ਕੈਪੀਟਲ N। ਐਂਡ ਜਿਹੜੀ n ਦੀ ਵੈਲਿਊ ਆ ਉਹ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਲਾਈ ਕਰਦੀ ਆ, n ਦੀ ਵੈਲਿਊ 1 ਤੋਂ ਲੈ ਕੇ 5 ਤੱਕ ਲਾਈ ਕਰਦੀ ਹੈ। ਠੀਕ ਹੈ, ਸੋ ਜਿਹੜੀ ਆਪਣੇ ਕੋਲ ਇਹ ਫਾਰਮ ਹੋਊਗੀ ਇਹ ਸੈੱਟ ਬਿਲਡਰ ਫਾਰਮ ਹੋਊਗੀ। ਠੀਕ ਹੈ, ਸੋ ਨੈਕਸਟ ਆਪਾਂ ਥਰਡ ਪਾਰਟ ਟਰਾਈ ਕਰਦੇ ਹਾਂ। ਸੋ ਆਪਾਂ ਨੂੰ ਦਿੱਤਾ ਹੋਇਆ 5 25 125 ਐਂਡ 625। ਹਾਂਜੀ, ਸੋ ਆਪਾਂ ਇਸ ਨੂੰ ਸੈੱਟ ਬਿਲਡਰ ਫਾਰਮ ਵਿੱਚ ਕਿਵੇਂ ਕਨਵਰਟ ਕਰ ਸਕਦੇ ਹਾਂ। ਫਸਟਲੀ ਆਪਾਂ ਇਹਨਾਂ ਦੇ ਵਿੱਚ ਕੋਈ ਨਾ ਕੋਈ ਕਾਮਨ ਪ੍ਰੋਪਰਟੀ ਦੇਖੀਏ ਸਾਰੇ ਐਲੀਮੈਂਟਸ ਵਿੱਚ, ਤਾਂ ਬਿਲਕੁਲ ਸੇਮ ਸੈਕਿੰਡ ਦੇ ਨਾਲ ਦਾ ਸਮ ਹੀ ਰਹੇਗਾ, ਕਿਉਂਕਿ ਇਹ ਵੀ ਉਸੇ ਫਾਰਮ ਵਿੱਚ ਹੀ ਬਣ ਰਹੇ ਆ। ਸੋ ਇਸ ਨੂੰ ਆਪਾਂ ਕੀ ਲਿਖ ਸਕਦੇ ਹਾਂ 5⁻1, ਇਸ ਨੂੰ 5⁻2, 5⁻3, 5⁻4। ਸੋ ਆਪਾਂ ਇਸ ਨੂੰ ਜਰਨਲ ਫਾਰਮ ਵਿੱਚ ਕਿਵੇਂ ਲਿਖ ਸਕਦੇ ਹਾਂ 5⁻n। ਐਂਡ ਜਿਹੜੀ n ਦੀ ਵੈਲਿਊ ਆ ਉਹ ਕਿੱਥੋਂ ਤੋਂ ਕਿੱਥੋਂ ਲੈ ਕੇ ਲਾਈ ਕਰੇਗੀ, n ਦੀ ਵੈਲਿਊ 1 ਤੋਂ ਲੈ ਕੇ 4 ਤੱਕ ਲਾਈ ਕਰੇਗੀ। ਠੀਕ ਹੈ, ਸੋ ਆਪਾਂ ਇਸ ਨੂੰ ਕਿਵੇਂ ਲਿਖ ਸਕਦੇ ਹਾਂ। ਹਾਂਜੀ, ਸੋ ਇਸ ਨੂੰ ਮੈਂ ਲਿਖਿਆ ਹੋਇਆ ਫਸਟਲੀ ਬਿਲਕੁਲ ਸੇਮ ਉਵੇਂ ਹੀ ਕਰਲੀ ਬ੍ਰੈਕਟ ਸਟਾਰਟ ਕੀਤੀ x, ਉਸ ਤੋਂ ਬਾਅਦ ਕੋਲਨ। ਹਾਂਜੀ, ਤਾਂ ਜਿਹੜੀ x ਦੀ ਵੈਲਿਊ ਆ ਉਹ ਕਿਸ ਫਾਰਮ ਵਿੱਚ ਆਪਣੇ ਕੋਲ ਹੈਗੀ ਆ 5⁻n, ਬਿਕੋਜ਼ ਇਹ ਸਾਰੀਆਂ ਤੁਸੀਂ ਆਪਾਂ ਚੰਗੇ ਤਰੀਕੇ ਐਨਾਲਾਈਜ਼ ਕਰ ਹੀ ਲਈਆਂ ਸੀ। ਇਹ ਕਿਸ ਫਾਰਮ ਵਿੱਚ ਸੀਗੀਆਂ 5⁻n ਫਾਰਮ ਵਿੱਚ। ਐਂਡ ਜਿਹੜੇ ਆਪਣੇ ਕੋਲ ਸਮਾਲ n ਦੀ ਵੈਲਿਊ ਆ ਉਹ ਆਪਾਂ ਨੂੰ ਪਤਾ ਹੀ ਹੈ ਨੈਚੁਰਲ ਨੰਬਰਸ ਦੇ ਸੈੱਟ ਕੈਪੀਟਲ N ਨੂੰ ਬਿਲੋਂਗ ਕਰਦੀ ਆ। ਐਂਡ ਜਿਹੜੀ n ਦੀ ਵੈਲਿਊ ਆ ਉਹ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਲਾਈ ਕਰਦੀ ਆ 1 ਤੋਂ ਲੈ ਕੇ 4 ਤੱਕ। ਕਲੀਅਰ। ਸੋ ਨੈਕਸਟ ਆਪਣੇ ਕੋਲ ਫੋਰਥ ਪਾਰਟ ਗਿਵਨ ਹੈ 2 4 6 ਐਂਡ ਅਪ ਟੂ ਸੋ ਔਨ। ਬਿਕੋਜ਼ ਇਹ ਜਿਹੜੀਆਂ ਡਾਟਸ ਦਿੱਤੀਆਂ ਹੋਈਆਂ ਮੈਂ ਤੁਹਾਨੂੰ ਦੱਸਿਆ ਸੀ ਇਹਨਾਂ ਦਾ ਮੀਨਿੰਗ ਕੀ ਰਹੇਗਾ, ਅਪ ਟੂ ਸੋ ਔਨ, ਅੱਗੇ ਅੱਗੇ ਚੱਲਦਾ ਰਹਿੰਦਾ। ਠੀਕ ਹੈ, ਸੋ ਹੁਣ ਇਹਨਾਂ ਦੇ ਵਿੱਚ ਆਪਾਂ ਨੂੰ ਕਾਮਨ ਪ੍ਰੋਪਰਟੀ ਕੀ ਨਜ਼ਰ ਆ ਰਹੀ ਹੈ। ਸੋ ਇਹ ਦੇਖੋ, ਇਹ 2 ਹੈ 4 6, ਸੋ ਅਪ ਟੂ ਸੋ ਔਨ ਦੈਟ ਮੀਨਸ 8 10 12। ਸੋ ਇਹ ਸਾਰੇ ਦੇ ਸਾਰੇ ਆਪਣੇ ਕੋਲ ਕੀ ਆ ਰਹੇ ਹੈ, ਈਵਨ ਨੈਚੁਰਲ ਨੰਬਰਸ ਆ ਰਹੇ ਹੈ। ਠੀਕ ਹੈ, ਸੋ ਆਪਾਂ ਇਸ ਨੂੰ ਕਿਵੇਂ ਲਿਖ ਸਕਦੇ ਹਾਂ। ਹਾਂਜੀ, ਸੋ ਮੈਂ ਇਸ ਨੂੰ ਸਿੰਪਲੀ ਲਿਖਤਾ, ਕਰਲੀ ਬ੍ਰੈਕਟ ਸਟਾਰਟ ਕੀਤੀ, ਉਸ ਤੋਂ ਬਾਅਦ x, ਉਸ ਤੋਂ ਬਾਅਦ ਬਿਲਕੁਲ ਸੇਮ ਉਹੀ ਕੰਮ ਕੋਲਨ, ਐਂਡ x ਇਜ਼ ਐਨ ਈਵਨ ਨੈਚੁਰਲ ਨੰਬਰ। ਸੋ ਆਪਾਂ ਇਸ ਨੂੰ ਕਿਸ ਫਾਰਮ ਵਿੱਚ ਲਿਖਤਾ, ਇਹ ਆਪਣੀ ਕੋਲੇ ਹੋਗੀ ਸੈੱਟ ਬਿਲਡਰ ਫਾਰਮ। ਕਲੀਅਰ। ਸੋ ਨੈਕਸਟ ਜੇਕਰ ਆਪਾਂ ਲਾਸਟ ਪਾਰਟ ਦੀ ਗੱਲ ਕਰੀਏ, ਜਿਸ ਵਿੱਚ ਆਪਾਂ ਨੂੰ ਐਲੀਮੈਂਟਸ ਦਿੱਤੇ ਹੋਏ ਆ 1 4 9 ਅਪ ਟੂ ਸੋ ਔਨ ਐਂਡ ਉਸ ਤੋਂ ਬਾਅਦ 100। ਹਾਂਜੀ, ਤਾਂ ਆਪਾਂ ਈਜ਼ਲੀ ਇਹਨਾਂ ਦੇ ਵਿੱਚ ਇੱਕ ਕਾਮਨ ਪ੍ਰੋਪਰਟੀ ਕੱਢਣ ਵਿੱਚ ਸਕਸੈਸਫੁਲ ਹੋ ਸਕਦੇ ਹਾਂ। ਬਸ ਤੁਸੀਂ ਥੋੜ੍ਹਾ ਜਿਹਾ ਧਿਆਨ ਦੇਣਾ। ਸੋ ਆਪਾਂ ਇਸ ਨੂੰ ਕਰ ਸਕਦੇ ਹਾਂ, ਇਹ 1 ਦਾ ਸਕੁਏਅਰ ਆ, ਇਹ 2 ਦਾ ਸਕੁਏਅਰ ਆ, ਇਹ 3 ਦਾ ਸਕੁਏਅਰ ਹੈ, ਅਪ ਟੂ ਸੋ ਔਨ 4 ਦਾ ਸਕੁਏਅਰ, 5 ਦਾ ਸਕੁਏਅਰ, ਐਂਡ ਲਾਸਟ ਵਿੱਚ ਆਪਣੇ ਕੋਲੇ 100 ਨੂੰ ਕੀ ਲਿਖ ਸਕਦੇ ਹਾਂ 10 ਦਾ ਸਕੁਏਅਰ। ਸੋ ਜਿਹੜੇ ਇਹ ਐਲੀਮੈਂਟਸ ਆ ਇਹ ਆਪਣੇ ਕੋਲੇ ਸਮਾਲ n ਦੇ ਸਕੁਏਅਰ ਫਾਰਮ ਵਿੱਚ ਆ ਰਹੇ ਆ ਸਾਰੇ ਦੇ ਸਾਰੇ, ਹੈ ਨਾ। ਐਂਡ ਜਿਹੜੀ ਸਮਾਲ n ਹੈ ਉਹ ਕਿਸ ਨੂੰ ਬਿਲੋਂਗ ਕਰੇਗੀ, ਨੈਚੁਰਲ ਨੰਬਰਸ ਦੇ ਸੈੱਟ ਨੂੰ। ਠੀਕ ਹੈ, ਸੋ ਆਪਾਂ ਇਸ ਨੂੰ ਕਿਸ ਫਾਰਮ ਵਿੱਚ ਲਿਖ ਸਕਦੇ ਹਾਂ। ਹਾਂਜੀ, ਤਾਂ ਆਪਾਂ ਈਜ਼ਲੀ ਇਸ ਨੂੰ ਲਿਖ ਸਕਦੇ ਹਾਂ। ਫਸਟਲੀ ਬਿਲਕੁਲ ਸੇਮ ਕਰਲੀ ਬ੍ਰੈਕਟ ਸਟਾਰਟ, ਆਪਣੇ ਕੋਲੇ x, ਉਸ ਤੋਂ ਬਾਅਦ ਕੋਲਨ। ਸੋ x ਨੂੰ ਮੈਂ ਕਿਹੜੀ ਫਾਰਮ ਵਿੱਚ ਲਿਖਤਾ, x = n ਸਕੁਏਅਰ, x = ਸਮਾਲ n ਸਕੁਏਅਰ, ਬਿਕੋਜ਼ ਆਪਾਂ ਇਹ ਸਾਰੇ ਦੇ ਸਾਰੇ ਐਲੀਮੈਂਟਸ ਦੀ ਕਾਮਨ ਪ੍ਰੋਪਰਟੀ ਕਿਹੜੀ ਕਹੀ ਸੀ ਵੀ ਸਾਰੇ ਦੇ ਸਾਰੇ ਇਹ ਸਕੁਏਅਰ ਬਣਾ ਰਹੇ ਹੈ। ਠੀਕ ਹੈ, ਓਕੇ। ਐਂਡ ਜਿਹੜੀ ਇਹ ਸਮਾਲ n ਹੈ ਇਹ ਕਿਸ ਨੂੰ ਬਿਲੋਂਗ ਕਰੇਗੀ, ਨੈਚੁਰਲ ਨੰਬਰਸ ਦੇ ਸੈੱਟ ਨੂੰ, n ਨੂੰ। ਐਂਡ ਜਿਹੜੀ n ਦੀ ਵੈਲਿਊ ਆ ਉਹ ਕਿੱਥੋਂ ਤੋਂ ਕਿੱਥੋਂ ਤੱਕ ਲਾਈ ਕਰ ਰਹੀ ਹੈ, ਸੋ ਸਮਾਲ n ਦੀ ਵੈਲਿਊ ਲਾਈ ਕਰ ਰਹੀ ਹੈ 1 ਤੋਂ ਲੈ ਕੇ 10 ਤੱਕ।
ਕਲੀਅਰ। ਸੋ ਇਸ ਨਾਲ ਆਪਣੀ ਐਕਸਰਸਾਈਜ਼ 1.1 ਕੰਪਲੀਟ ਹੁੰਦੀ ਹੈ। ਐਂਡ ਜੋ ਵੀ ਕੁਛ ਇਸ ਵਿੱਚੋਂ ਨਾ ਪਤਾ ਲੱਗਿਆ ਉਹ ਤੁਸੀਂ ਮੈਨੂੰ ਨਾਲ ਦੀ ਨਾਲ ਮੈਸੇਜ ਕਰ ਦਿਓ। ਐਂਡ ਲਾਸਟ ਵਿੱਚ ਇੱਕ ਚੀਜ਼ ਹੋਰ, ਵੀ ਜਿਹੜੇ ਇਹ ਸੈਟ ਬਿਲਡਰ ਫਾਰਮ ਵਿੱਚ ਕਨਵਰਟ ਕਰਨ ਵਾਲੇ ਸਮਸ ਆ, ਇਹ ਮੋਸਟ ਇੰਪੋਰਟੈਂਟ ਸਮਸ ਆ, ਠੀਕ ਹੈ। ਸੋ ਇਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਟਰਾਈ ਕਰੋ, ਕਿਉਂਕਿ ਜਿਹੜੇ ਕੁਐਸਚਨਸ ਆਪਾਂ ਕੀਤੇ ਆ ਇਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਫਾਰਮਸ ਬਣ ਸਕਦੀਆਂ, ਠੀਕ ਹੈ। ਜਿਵੇਂ ਕਿ ਮੈਂ ਸੈਕਿੰਡ ਸਮ ਸੀ ਜਿਹੜਾ, ਇਸ ਨੂੰ ਮੈਂ ਲਿਖਿਆ ਸੀ 2 4 8, ਸੋ ਇਸ ਨੂੰ ਮੈਂ ਪਾਵਰਸ ਫਾਰਮ ਵਿੱਚ ਲਿਖਿਆ ਸੀ। ਤੁਸੀਂ ਕਿਸੇ ਹੋਰ ਫਾਰਮ ਵਿੱਚ ਵੀ ਬਣਾ ਸਕਦੇ ਹੋ ਸਕਦਾ ਕੋਈ ਹੋਰ ਫਾਰਮ ਵੀ ਬਣ ਰਹੀ ਹੋਵੇ। ਸੋ ਇਹ ਸਾਰੇ ਕੁਐਸਚਨਸ ਆ ਜਿਹੜੇ, ਇਹਨਾਂ ਦੀ ਕੋਈ ਨਾ ਕੋਈ ਹੋਰ ਫਾਰਮ ਵੀ ਬਣ ਰਹੀ ਹੋਊਗੀ ਸੈਟ ਬਿਲਡਰ ਫਾਰਮ, ਠੀਕ ਹੈ। ਸੋ ਤੁਸੀਂ ਆਪਣਾ ਦਿਮਾਗ ਲਗਾ ਕੇ ਆਪਣੇ ਤਰੀਕੇ ਵੀ ਲਿਖ ਸਕਦੇ ਹੋ, ਬਟ ਇੱਕ ਚੀਜ਼ ਯਾਦ ਰੱਖਿਓ ਵੀ ਜਿਹੜੀ ਉਹ ਤੁਸੀਂ ਲਿਖੋਗੇ ਪ੍ਰੋਪਰਟੀ, ਉਹ ਸਾਰੇ ਦੇ ਸਾਰੇ ਐਲੀਮੈਂਟਸ 'ਤੇ ਹੋਲਡ ਕਰਨੀ ਚਾਹੀਦੀ ਹੈ, ਠੀਕ ਹੈ।